ਆਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ। ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਸਵਾਗਤ। ਮੈਂ ਹਾਂ ਤੁਹਾਡਾ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਤੇ ਆ ਗਿਆ ਲੈ ਕੇ ਤੁਹਾਡਾ ਫੇਵਰੇਟ ਪ੍ਰੋਗਰਾਮ ਜੀਵਨ ਜਾਚ। ਤੇ ਅੱਜ ਅਸੀਂ ਜੀਵਨ ਜਾਚ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਸਾਡੇ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨਤਾ ਤੇ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇ ਸਾਹੋ। ਉਸ ਪਵਿੱਤਰ ਭਾਵਨ ਗੁਰਬਾਣੀ ਦੇ ਮਹਾਨ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨਤਾ ਤੇ ਗੱਲ ਕਰਨ ਲਈ ਅੱਜ ਰੇਡੀਓ ਖੁਸ਼ੀ 90.4 FM ਤੇ ਸਾਡੇ ਨਾਲ ਨੇ ਭਾਈ ਵਰਿੰਦਰਪਾਲ ਸਿੰਘ ਜੀ USA ਤੋਂ। ਆਓ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਕਰਦੇ ਹਾਂ ਅਸੀਂ ਫਤਿਹ ਦੀ ਸਾਂਝ ਤੇ ਫਿਰ ਕਰਾਂਗੇ ਗੁਰਮਤਿ ਵਿਚਾਰਾਂ। ਭਾਈ ਵਰਿੰਦਰਪਾਲ ਸਿੰਘ ਜੀ, ਰੇਡੀਓ ਖੁਸ਼ੀ ਤੇ ਆਪ ਜੀ ਦਾ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਕਿ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਹੈ ਉਹ ਸੰਪਾਦਨਾ ਦਿਵਸ ਬਹੁਤ ਨਜ਼ਦੀਕ ਹੈ, ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਕੀਤਾ ਸੀ। ਤੇ ਸਭ ਤੋਂ ਪਹਿਲੇ ਤੇ ਤੁਸੀਂ ਗੁਰਬਾਣੀ ਦੇ ਪ੍ਰਚਾਰਕ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮਿਸ਼ਨ ਨੂੰ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਰਹੇ ਹੋ। ਤੇ ਸਭ ਤੋਂ ਪਹਿਲੇ ਤੇ ਅੱਜ ਦੀ ਨਵੀਂ ਪੀੜ੍ਹੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਸਮਝਾਉਣੀ ਹੋਏ, ਕਿਵੇਂ ਸਮਝਾਓਗੇ? ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਯੂਨੀਵਰਸਲ ਗੁਰੂ ਹਨ, ਜਗਤ ਗੁਰੂ ਹਨ, ਤੇ ਇਸ ਦੇ ਵਿੱਚ ਸਾਰੀ ਮਨੁੱਖਤਾ ਦੇ ਭਲੇ ਦੀ ਗੱਲ ਹੈ ਜੀ। ਸਾਰੀ ਮਾਨਵਤਾ ਤੇ ਸਾਰੀ ਮਨੁੱਖਤਾ ਜਿਹੜੀ ਹੈ, ਜੇ ਇਸ ਦੇ ਉਪਦੇਸ਼ਾਂ ਨੂੰ ਸਮਝ ਕੇ ਜੀਵਨ ਬਣਾ ਸਕੇ ਜੀ, ਤੇ ਅਸੀਂ ਕਿਸੇ ਦੇ ਨਾਲ ਵੀ ਨਫ਼ਰਤ, ਘਿਰਨਾ, ਦਵੇਸ਼ ਨਹੀਂ ਕਰ ਸਕਦੇ, ਕਿਉਂਕਿ ਇਹ ਸਾਰਾ ਜਿਹੜਾ ਸੰਪਾਦਨਾ ਹੋਈ ਹੈ, ਇਹ ਸਾਰੀ ਸੰਪਾਦਨਾ ਇਸ ਕਿਸਮ ਦੀ ਹੋਈ ਹੈ ਜਿਸ ਦੇ ਨਾਲ ਇਨਸਾਨ ਜਿਹੜਾ ਹੈ ਜੀ ਆਪਣੀਆਂ ਛੋਟੀਆਂ ਛੋਟੀਆਂ ਗਲਤੀਆਂ ਨੂੰ ਸੁਧਾਰ ਕੇ ਇੱਕ ਨੇਕ ਇਨਸਾਨ ਬਣ ਸਕਦਾ ਹੈ। ਬਿਲਕੁਲ ਜੀ, ਔਰ ਸਮਾਜ ਵਿੱਚ ਨੇਕ ਇਨਸਾਨਾਂ ਦੇ ਕਾਰਨ ਹੀ, ਨੇਕ ਇਨਸਾਨਾਂ ਦੇ ਨਾਲ ਹੀ ਸਮਾਜ ਸੁੰਦਰ ਔਰ ਖੂਬਸੂਰਤ ਬਣ ਸਕਦਾ ਹੈ। ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ, ਕਿਉਂਕਿ ਅੱਜ ਦਾ ਜਿਹੜਾ ਸਮਾਜ ਹੈ ਉਹ ਜਾਤਾਂ ਪਾਤਾਂ ਤੇ ਧਰਮਾਂ 'ਚ ਵੰਡਿਆ ਪਿਆ ਹੈ। ਅੱਜ ਦਾ ਸਮਾਜ ਹੈ ਜਿਹੜਾ, ਉਹਦੇ ਵਿੱਚ ਲੜਾਈ ਸਮਾਜ ਦੇ ਅੰਦਰ ਭਰੀ ਹੋਈ ਹੈ। ਕਿਉਂਕਿ ਇੱਕ ਚੀਜ਼ ਮੈਂ ਇੱਕ ਜਗ੍ਹਾ ਪੜ੍ਹੀ ਸੀ, ਕਹਿੰਦੇ ਆ ਕਿ ਲੜਾਈ ਅਸਲ ਵਿੱਚ ਮਨੁੱਖ ਦੇ ਅੰਦਰ ਭਰੀ ਆ, ਬਾਹਰੋਂ ਤੇ ਬਹਾਨੇ ਹੀ ਮਿਲਦੇ ਆ ਉਸ ਲੜਾਈ ਨੂੰ ਫੈਲਾਉਣ ਦੇ। ਤੇ ਜਿਵੇਂ ਇਸ ਦੁਨੀਆ ਤੇ ਵਿਸ਼ਵ ਸ਼ਾਂਤੀ ਫੈਲਾਉਣੀ ਹੈ, ਤੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਿੱਖਿਆ ਹੈ ਉਹ ਕਿੰਨੀ ਕੁ ਮਤਲਬ ਕਿ ਕਾਮਯਾਬ ਹੈ? ਦੁਨੀਆ ਦੇ ਵਿੱਚ ਜੇ ਵੱਡੇ ਵੱਡੇ ਵਿਦਵਾਨਾਂ ਦੀ ਗੱਲ ਸਮਝੀਏ, ਮਿਸਟੇਨ ਕੁਲੀਅਰ ਜਿਹੜੀ ਨੋਬਲ ਪੁਰਸਕਾਰ ਵਿਜੇਤਾ ਹੈ ਜੀ, ਉਸ ਦੇ ਹਿਸਾਬ ਨਾਲ ਸੰਸਾਰ ਨੂੰ ਜੇ ਇੱਕ ਕੀਤਾ ਜਾ ਸਕਦਾ ਹੈ, ਜਾਂ ਸੰਸਾਰ ਦਾ ਕਾਨੂੰਨ ਇੱਕ ਬਣਾਇਆ ਜਾ ਸਕਦਾ ਹੈ, ਤੇ ਉਹ ਇੱਕੋ ਇੱਕ ਗ੍ਰੰਥ ਹੈ, ਉਹ ਗੁਰੂ ਗ੍ਰੰਥ ਸਾਹਿਬ ਨੇ ਜੀ। ਇਹ ਮਤਲਬ ਦੁਨੀਆ ਦੇ ਵਿਦਵਾਨਾਂ ਦੀ, ਮੈਂ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਬਿਲਕੁਲ ਬਿਲਕੁਲ ਦੁਨੀਆ ਦੇ ਸਾਰੇ ਵਿਦਵਾਨਾਂ ਦੀ ਆਵਾਜ਼ ਇੱਕੋ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਜੀਵਨ ਬਣਾਉਂਦੀ ਹੈ, ਸਿਰਫ ਮੰਤਰ ਨਹੀਂ ਹੈ, ਨਾ ਹੀ ਇਹ ਸਿਰਫ ਪੂਜਾ ਦਾ ਕੋਈ ਢੰਗ ਹੈ। ਬਿਲਕੁਲ ਜੀ, ਬਹੁਤ ਵਧੀਆ ਬਣਾਉਣ ਵਾਸਤੇ ਹੈ। ਬਹੁਤ ਵਧੀਆ ਤੁਸੀਂ ਜੋ ਗੱਲਾਂ ਕਰ ਰਹੇ ਹੋ। ਸਰਦਾਰ ਰਘਬੀਰ ਸਿੰਘ ਜੀ ਹੋਰੀ ਫਤਿਹ ਦੀ ਸਾਂਝ ਭੇਜ ਰਹੇ ਆ, ਔਰ ਸਰਦਾਰ ਰਘਬੀਰ ਸਿੰਘ ਜੀ, ਤੁਸੀਂ ਵੀ ਇਸ ਵਿਸ਼ੇ ਤੇ ਜੋ ਵੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਕਹਿ ਸਕਦੇ ਹੋ, ਜਾਂ ਜੋ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ ਉਹਨਾਂ ਨੰਬਰਾਂ ਤੇ ਤੁਸੀਂ ਕਾਲ ਲਗਾ ਸਕਦੇ ਹੋ। ਆਡੀਓ ਕਾਲ ਦੇ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ। ਰਘਬੀਰ ਸਿੰਘ ਜੀ, ਰੇਡੀਓ ਖੁਸ਼ੀ ਦੇ ਨਾਲ ਸੰਪਰਕ ਕਰਨ ਲਈ ਜੀ ਆਇਆਂ ਨੂੰ ਜੀ, ਔਰ ਤੁਸੀਂ ਵੀ ਇਹਦੇ ਵਿੱਚ ਆਪਣੀ ਵਿਚਾਰ ਕਰ ਸਕਦੇ ਹੋ। ਤੇ ਵੀਰ ਜੀ, ਅੱਜ ਇੱਕ ਹੋਰ ਚੀਜ਼ ਮੈਂ ਤੁਹਾਡੇ ਨਾਲੋਂ ਪੁੱਛਣਾ ਚਾਹਾਂਗਾ ਕਿ ਇੱਕ ਅੱਜ ਨਾ ਹਰ ਮਨੁੱਖ ਜਿਹੜਾ ਹੈ ਉਹ ਚਿੰਤਾਵਾਂ ਦੇ ਵਿੱਚ ਘਿਰਿਆ ਹੋਇਆ ਹੈ, ਕਿਉਂਕਿ ਜਿਸ ਪਾਸੇ ਵੀ ਮਨੁੱਖ ਨੂੰ ਦੇਖਦੇ ਆ ਇੰਨੀਆਂ ਚਿੰਤਾਵਾਂ ਨੇ। ਸ਼ਾਇਦ ਮੈਂ ਇੱਥੇ ਇੱਕ ਸ਼ਬਦ ਸ਼ਾਇਦ ਵਰਤ ਰਿਹਾ
ਕਿ ਇੰਡੀਆ ਦੇ ਵਿੱਚ ਇਹ ਚਿੰਤਾਵਾਂ ਘੱਟ ਹੋਣਗੀਆਂ, ਥੋੜ੍ਹੀਆਂ ਜਿਹੀਆਂ, ਬਹੁਤ ਜ਼ਿਆਦਾ ਘੱਟ ਨਹੀਂ। ਵਿਦੇਸ਼ਾਂ ਦੇ ਵਿੱਚ ਤੁਸੀਂ ਵੀ ਰਹਿੰਦੇ ਹੋ, ਤੁਸੀਂ ਦੇਖਦੇ ਹੋਵੋਗੇ ਕਿ ਕਿਸ ਤਰ੍ਹਾਂ ਦੀ ਹਾਲ ਪਾਰਿਆ ਮੱਚੀ ਹੋਈ ਹੈ ਲੋਕਾਂ ਦੇ ਅੰਦਰ। ਮਾਨਸਿਕ ਸ਼ਾਂਤੀ ਨਾਮ ਦੀ ਕੋਈ ਚੀਜ਼ ਨਹੀਂ ਹੈ। ਔਰ ਮੈਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਲਾਈਨ ਕੋਟ ਕਰਾਂ। ਗੁਰੂ ਸਾਹਿਬ ਕਹਿੰਦੇ ਆ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹੜੀ, ਇਹ ਇਸ ਤਰ੍ਹਾਂ ਚਿੰਤਾਵਾਂ 'ਚ, ਡਿਪਰੈਸ਼ਨ 'ਚ, ਸਟ੍ਰੈਸ ਦੇ ਵਿੱਚ ਡੁੱਬੇ ਹੋਏ ਵਿਅਕਤੀਆਂ ਨੂੰ ਕਿਸ ਤਰੀਕੇ ਦੇ ਨਾਲ ਹੈ ਜਿਹੜਾ ਇੱਥੋਂ ਕੱਢਦੀ ਹੈ, ਕਿਹੋ ਜਿਹਾ ਰਸਤਾ ਵਿਖਾਉਂਦੀ ਹੈ ਜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਹਰ ਇੱਕ ਮਨੁੱਖ ਨੂੰ ਧੰਦਾ ਕਰਨ ਤੋਂ ਰੋਕਦੀ ਹੈ, ਕਿਰਤ ਕਰਨ ਨੂੰ ਕਹਿੰਦੀ ਜੀ। ਕਿਰਤ ਔਰ ਧੰਦੇ ਵਿੱਚ ਅੰਤਰ ਹੈ। ਧੰਦਾ ਸਿਰਫ ਪ੍ਰੋਫਿਟ ਦਾ ਹੁੰਦਾ ਜੀ, ਤੇ ਕਿਰਤ ਜਿਹੜਾ ਹੈ ਉਹ ਗੁਜ਼ਾਰਨ ਵਾਸਤੇ ਹੁੰਦਾ ਹੈ ਤੇ ਵੰਡ ਕੇ ਛਕਣ ਵਾਸਤੇ ਹੁੰਦਾ ਹੈ। ਬਿਲਕੁਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਹਰ ਇੱਕ ਬੰਦੇ ਨੂੰ ਉਪਦੇਸ਼ ਕਰਦੀ ਹੈ, ਨਾਕੋ ਬੈਰੀ ਨਾਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆ ਜੀ। ਤੇ ਇਸ ਸਿਧਾਂਤ ਦੇ ਨਾਲ ਸਾਰੇ ਅਸੀਂ ਭੈਣ ਭਰਾ ਹਾਂ, ਕੋਈ ਜਾਤ ਜਾਂ ਕੋਈ ਧਰਮ ਜਾਂ ਕੋਈ ਨਸਲ ਨਹੀਂ ਜੀ। ਤੁਸੀਂ ਗੱਲ ਕੀਤੀ ਕਿ ਭਾਰਤ ਵਿੱਚ ਚਿੰਤਾਵਾਂ ਘੱਟ ਨੇ ਜਾਂ ਬਾਹਰ ਚਿੰਤਾਵਾਂ ਜ਼ਿਆਦਾ ਨੇ, ਐਸੀ ਗੱਲ ਨਹੀਂ ਹੈ ਜੀ। ਚਿੰਤਾਵਾਂ ਹਰ ਇੱਕ ਦੇਸ਼ ਵਿੱਚ ਵੱਖਰੇ ਵੱਖਰੇ ਕਿਸਮ ਦੀਆਂ ਨੇ। ਕਿਧਰੇ ਧਨ ਦੇ ਪਦਾਰਥ ਜੀ, ਬਿਲਕੁਲ ਬਿਲਕੁਲ, ਹਰ ਥਾਂ ਤੇ ਹੀ ਚਿੰਤਾ ਹੈ, ਕਿਉਂਕਿ ਚਿੰਤਾਵਾਂ ਮਨੁੱਖ ਦੇ ਅੰਦਰ ਵਸੀਆਂ ਹੋਈਆਂ ਨੇ ਔਰ ਮਨੁੱਖ ਜਿੱਥੇ ਵੀ ਜਾਏਗਾ ਉਹ ਚਿੰਤਾਵਾਂ ਉਹਦੇ ਨਾਲ ਹੀ ਜਾਣਗੀਆਂ। ਪਰੇਸ਼ਾਨੀਆਂ ਮਨੁੱਖ ਤੋਂ ਦੂਰ ਕਦੇ ਰਹਿ ਨਹੀਂ ਸਕਦੀਆਂ। ਤੇ ਦੋਸਤੋ, ਜਦੋਂ ਤਾਈਂ ਥੋੜ੍ਹਾ ਜਿਹਾ ਕਨੈਕਟ ਕੱਟ ਗਿਆ ਹੋਇਆ ਹੈ ਭਾਈ ਵਰਿੰਦਰਪਾਲ ਸਿੰਘ ਜੀ ਦਾ, ਸਾਡੇ ਜੋ ਲਿਸਨਰਸ ਇਸ ਪ੍ਰੋਗਰਾਮ 'ਚ ਜੁੜੇ ਹੈ ਉਹ ਵੀ ਆਪਣੇ ਵਿਚਾਰ ਕਮੈਂਟਸ ਦੇ ਥਰੂ ਰੱਖ ਸਕਦੇ ਹੈ, ਜਿਵੇਂ ਭਾਈ ਰਘਬੀਰ ਸਿੰਘ ਜੀ ਹੋ ਰਹੇ ਜਾਂ ਹੋਰ ਜੀ। ਨੈਟਵਰਕ ਦੀ ਪ੍ਰੋਬਲਮ ਆ ਗਈ, ਕੋਈ ਗੱਲ ਨਹੀਂ। ਤੇ ਮੇਰਾ ਇਹ ਕਹਿਣਾ ਸੀ ਕਿ ਮਨੁੱਖਤਾ ਦੇ ਵਿੱਚ ਜੇ ਅਸੀਂ ਸਹੀ ਦਿਸ਼ਾ ਔਰ ਸਹੀ ਸੱਚਾਈ ਦੇਖਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕੋ ਪਰਮਾਤਮਾ ਦੀ ਪੂਜਾ ਕਰਨ ਦੀ ਗੱਲ ਕਰਦੇ ਨੇ ਔਰ ਇੱਕੋ ਹੀ ਵਿਚਾਰ ਜਿਹੜੀ ਸਾਰੇ ਮੰਨਣ ਤੇ ਉਸ ਦੇ ਉੱਪਰ ਗੱਲ ਤੁਰਨ ਤਾਂ ਗੱਲ ਬਣਦੀ। ਬਿਲਕੁਲ ਭਾਰਤ ਦੀਆਂ ਵਿਚਾਰਾਂ ਜਿਹੜੀਆਂ ਨੇ, ਧਰਮ ਜਿਹੜੇ ਨੇ ਇਹ ਵਿਚਾਰਾਂ ਹਨ ਤੇ ਗੁਰੂ ਗ੍ਰੰਥ ਸਾਹਿਬ ਧਰਮ ਪਰਮਾਤਮਾ ਦੇ ਹੁਕਮ ਨੂੰ ਕਹਿੰਦੇ ਹਨ। ਜੀ ਜੀ ਜੀ। ਜਦ ਅਸੀਂ ਪ੍ਰਮਾਤਮਾ ਦੇ ਹੁਕਮ ਨੂੰ ਮੰਨਣ ਵਾਸਤੇ ਸਾਰੇ ਇੱਕ ਹੁੰਦੇ ਆ, ਭੈਣ ਭਰਾ ਬਣਦੇ ਆ। ਹਾਂਜੀ। ਤੋ ਹਿੰਦੂ ਰਹਿ ਕੇ ਵੀ ਉਹ ਮਨੁੱਖ ਸੱਚਾ ਇਨਸਾਨ ਬਣ ਸਕਦਾ ਹੈ, ਮੁਸਲਮਾਨ ਵੀਰ ਬਣ ਕੇ ਵੀ ਉਹ ਸੱਚਾ ਇਨਸਾਨ ਬਣ ਸਕਦਾ ਹੈ। ਕਿਸੇ ਨੂੰ ਕਿਸੇ ਦੇ ਧਰਮ ਨੂੰ ਬਦਲਣ ਦੀ ਲੋੜ ਨਹੀਂ ਹੋ ਸਕਦੀ। ਇੱਕ ਸੱਚਾ ਇਨਸਾਨ ਬਣਨ ਵਾਸਤੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਮਨੁੱਖ ਕੀ ਜਾਤ ਸਭ ਇੱਕ ਹੈ, ਪਹਿਚਾਨ ਬੁੱਧ ਦੀ ਪਰਿਭਾਸ਼ਾ ਹੈ। ਜੀ ਜੀ ਜੀ। ਤੇ ਉਸ ਕਰਕੇ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਸਾਰੇ ਪਰਮਾਤਮਾ ਵਸਦਾ ਹੈ, ਇਸ ਕਰਕੇ ਸਾਰੇ ਭੈਣ ਭਰਾ ਹਨ। ਹਾਂਜੀ। ਤੇ ਜਦ ਭੈਣ ਭਰਾ ਦੇ ਰਿਸ਼ਤੇ ਵਿੱਚ ਅਸੀਂ ਜੀਂਦੇ ਹਾਂ ਤੇ ਫਿਰ ਸਾਡੇ ਚ ਵਿਤਕਰੇ, ਦਵੇਸ਼, ਨਫ਼ਰਤ ਖਤਮ ਹੋ ਜਾਂਦੀ। ਜਿਸ ਟਾਈਮ ਅਸੀਂ ਸਿਰਫ ਨਿੱਜੀ ਜੀਵਨ ਜੀਂਦੇ ਹਾਂ ਕਿ ਮੇਰੀ ਬਰਾਦਰੀ ਹੈ ਜੀ, ਮੇਰਾ ਦੇਸ਼ ਹੈ, ਮੇਰੀ ਸਟੇਟ ਹੈ, ਮੇਰੀ ਬੋਲੀ ਹੈ, ਮੇਰਾ ਸਭ, ਇਸ ਮੇਰੀ ਦੇ ਵਿੱਚ ਅਸੀਂ ਜਦ ਫਸਦੇ ਹਾਂ ਹਾਂਜੀ ਤਦ ਵੱਖਰੇਵੇਂ ਸ਼ੁਰੂ ਹੋ ਜਾਂਦੇ ਨੇ, ਡਿਫਰੈਂਸਿਸ ਸ਼ੁਰੂ ਹੋ ਜਾਂਦੇ ਨੇ। ਹਾਂਜੀ ਹਾਂਜੀ, ਇਹਨਾਂ ਡਿਫਰੈਂਸਿਸ ਕਰਕੇ ਅਸੀਂ ਮਤਲਬ ਆਪਸ ਵਿੱਚ ਲੜਦੇ ਹਾਂ। ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਅਸੀਂ ਨਹੀਂ ਮਾਣਦੇ। ਹਾਂਜੀ। ਵੱਡੀਆਂ ਖੁਸ਼ੀਆਂ ਦੇ ਲਈ ਛੋਟੀਆਂ ਛੋਟੀਆਂ ਖੁਸ਼ੀਆਂ ਦਾ ਤਿਆਗ ਕਰਦੇ ਹਾਂ। ਹਾਂਜੀ ਹਾਂਜੀ ਹਾਂਜੀ, ਇਹ ਸਾਰੀ ਵੱਡੀ ਚੀਜ਼। ਛੋਟੀਆਂ ਛੋਟੀਆਂ ਗਲਤੀਆਂ ਵੱਡੀਆਂ ਗਲਤੀਆਂ ਪੈਦਾ ਕਰਦੀਆਂ ਨੇ। ਇਸੇ ਤਰ੍ਹਾਂ ਛੋਟੀਆਂ ਛੋਟੀਆਂ ਖੁਸ਼ੀਆਂ ਵੀ ਵੱਡੀਆਂ ਖੁਸ਼ੀਆਂ ਦਿੰਦੀਆਂ। ਜੀ ਬਿਲਕੁਲ ਬਿਲਕੁਲ, ਤੁਹਾਨੂੰ ਇਹ ਸਮਝਣਾ ਪਊਗਾ। ਹਾਂ, ਜਦੋਂ ਅਸੀਂ ਕਿਸੇ ਦੇ ਨਾਲ ਜੁੜ ਜਾਂਦੇ ਹਾਂ, ਕਿਸੇ ਦਾ ਭਲਾ ਕਰਨ ਲੱਗ ਜਾਂਦੇ ਹਾਂ ਤੇ ਉਹਦੇ ਨਾਲ ਸਾਡਾ ਆਪਣੇ ਆਪ ਹੀ ਭਲਾ ਹੋ ਜਾਂਦਾ, ਕਿਉਂਕਿ ਗੁਰਬਾਣੀ ਕਹਿੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਦੋਸਤੋ, ਇੱਥੇ ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ, ਭਾਈ ਵਰਿੰਦਰਪਾਲ ਸਿੰਘ ਜੀ ਨੇ ਇੱਕ ਬੜੀ ਪਿਆਰੀ ਜੀ ਗੱਲ ਕਹੀ ਕਿ ਅਸੀਂ ਕਿਰਤ ਨਹੀਂ ਧੰਦਾ ਕਰਦੇ ਹਾਂ। ਧੰਦੇ ਦੇ ਵਿੱਚ ਬੰਦਾ ਜਿਹੜਾ ਉਹ ਸਿਰਫ ਆਪਣਾ ਲਾਭ ਚਾਹੁੰਦਾ ਹੈ ਤੇ ਦੂਸਰਿਆਂ ਨੂੰ ਲੁੱਟਣਾ ਚਾਹੁੰਦਾ ਹੈ। ਜਦੋਂ ਦੂਜਿਆਂ ਦਾ ਨੁਕਸਾਨ ਕਰਕੇ ਆਪਣਾ ਲਾਭ ਕਰਨ ਦੀ ਸੋਚੇਗਾ ਤੇ ਧੰਦੇ ਦੇ ਵਿੱਚ ਜਦੋਂ ਹਾਨੀ ਹੋਏਗੀ ਤਾਂ ਉਦੋਂ ਮਨੁੱਖ ਹੈ ਜਿਹੜਾ ਉਹ ਹਮੇਸ਼ਾ ਦੁਖੀ ਹੀ ਹੋਏਗਾ। ਇਸੇ ਕਰਕੇ ਹੀ ਗੁਰਬਾਣੀ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ
ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ। ਜਦੋਂ ਮਨੁੱਖ ਦੇ ਅੰਦਰ ਧਰਮ ਦੀ ਕਿਰਤ ਕਰਨੀ ਆ ਜਾਏ ਉਦੋਂ ਗੱਲ ਬਣ ਜਾਂਦੀ ਹੈ। ਤੇ ਵੀਰ ਜੀ ਇੱਕ ਚੀਜ਼ ਮੈਂ ਇੱਥੇ ਥੋੜ੍ਹਾ ਜਿਹਾ ਤੁਹਾਡਾ, ਕਿਉਂਕਿ ਤੁਸੀਂ ਇੱਕ ਸੁਧਾਰਵਾਦੀ ਪ੍ਰਚਾਰਕ ਹੋ, ਤੁਸੀਂ ਸੁਧਾਰ ਦੀ ਗੱਲ ਕਰਦੇ ਹੋ, ਤੇ ਮੈਂ ਇੱਥੇ ਇੱਕ ਗੱਲ ਮਸਕੀਨ ਸਾਹਿਬ ਦੀ ਤੁਹਾਡੇ ਸਾਹਮਣੇ ਕੋਟ ਕਰਨੀ ਚਾਹਾਂਗਾ। ਮਸਕੀਨ ਸਾਹਿਬ ਕਹਿੰਦੇ ਸਨ ਕਿ ਜੇ ਕਿਤੇ ਧਰਮੀ ਇਨਸਾਨ ਆਪਣੀ ਦੁਕਾਨ ਤੇ ਬੈਠ ਜਾਏ ਤੇ ਉਹਦੀ ਦੁਕਾਨ ਵੀ ਧਰਮ ਸਥਾਨ ਬਣ ਜਾਏਗੀ, ਪਰ ਜੇ ਕਿਤੇ ਕੋਈ ਦੁਕਾਨਦਾਰ ਕਿਸੇ ਧਰਮ ਸਥਾਨ ਤੇ ਬੈਠ ਜਾਏ ਤੇ ਉਹ ਧਰਮ ਸਥਾਨ ਨੂੰ ਵੀ ਦੁਕਾਨ ਹੀ ਬਣਾ ਲਵੇਗਾ। ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹੈਲੋ, लगता है मेरा अजय संपर्क भाई वरिंदरपाल सिंह जी से टुट गया, तो ਉਹਨਾਂ ਦੇ ਨਾਲ ਅਸੀਂ ਦੁਬਾਰਾ ਤੋਂ ਜਿਹੜਾ ਜੀ ਉਹ ਸੰਪਰਕ ਜੋੜ ਰਹੇ ਹਾਂ। ਤੇ ਹਾਂਜੀ ਵੀਰ ਜੀ, ਤੁਸੀਂ ਵਿੱਚੋਂ ਕਾਲ ਡਿਸਕਨੈਕਟ ਹੋ ਗਈ ਸੀ। ਹੈਲੋ ਹਾਂਜੀ ਮੇਰਾ ਇੱਕ ਨਾ ਉਹ ਮਸਕੀਨ ਸਾਹਿਬ ਦੀ ਮੈਂ ਕੋਟੇਸ਼ਨ ਕੋਟ ਕਰ ਰਿਹਾ ਸੀ, ਉਸ ਕੋਟੇਸ਼ਨ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ। ਮਸਕੀਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਕਿਤੇ ਧਰਮੀ ਇਨਸਾਨ, ਧਾਰਮਿਕ ਬੰਦਾ ਆਪਣੀ ਦੁਕਾਨ ਤੇ ਬੈਠ ਜਾਏ ਤੇ ਉਹਦੀ ਦੁਕਾਨ ਵੀ ਧਰਮ ਸਥਾਨ ਬਣ ਜਾਵੇਗੀ। ਉਹ ਉਦਾਹਰਨ ਦਿੰਦੇ ਹੁੰਦੇ ਸੀ ਕਿ ਕਬੀਰ ਸਾਹਿਬ ਦੀ ਖੱਡੀ ਤੇ ਰਵਿਦਾਸ ਜੀ ਦਾ ਜਿਹੜਾ ਸੀਗਾ ਉਹ ਅੱਡਾ ਜਿੱਥੇ ਉਹ ਜੁੱਤੀਆਂ ਬਣਾਉਂਦੇ ਸੀ, ਉਹ ਕਿਸੇ ਧਰਮ ਸਥਾਨ ਤੋਂ ਘੱਟ ਨਹੀਂ ਸੀ। ਧਰਮੀ ਇਨਸਾਨ ਕਿਸੇ ਦੁਕਾਨ ਤੇ ਬੈਠ ਜਾਏ ਉਹਦੀ ਦੁਕਾਨ ਵੀ ਧਰਮ ਸਥਾਨ ਬਣ ਜਾਏਗੀ, ਪਰ ਜੇ ਦੁਕਾਨਦਾਰ ਬੰਦਾ, ਵਪਾਰੀ ਬੰਦਾ ਕਿਸੇ ਧਰਮ ਸਥਾਨ ਤੇ ਬੈਠ ਜਾਏਗਾ ਤੇ ਉਹ ਧਰਮ ਸਥਾਨ ਨੂੰ ਵੀ ਦੁਕਾਨ ਹੀ ਬਣਾ ਦੇਵੇਗਾ। ਇਹਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕੀ ਨਜ਼ਰੀਆ ਹੈ? ਗੁਰੂ ਗ੍ਰੰਥ ਸਾਹਿਬ ਦੇ ਨਜ਼ਰੀਏ ਤੋਂ ਤੁਸੀਂ ਜੇ ਸਮਝਦੇ ਹੋ ਤੇ ਕਬੀਰ ਜੀ ਦੀ ਬਾਣੀ ਇਹ ਕਹਿੰਦੀ ਹੈ, ਕਬੀਰ ਜਹਾਂ ਗਿਆਨ ਤਹਿ ਧਰਮ ਹੈ, ਜਹ ਝੂਠ ਤਹਿ ਪਾਪ, ਜਹ ਲੋਭ ਤਹਿ ਕਾਲ ਹੈ, ਜਹ ਖਿਮਾ ਤਹਿ ਆਪ। ਜੀ ਬਿਲਕੁਲ, ਧਰਮ ਦੀ ਪਰਿਭਾਸ਼ਾ ਗਿਆਨ ਦੇ ਨਾਲ ਜੁੜੀ ਹੋਈ ਹੈ, ਔਰ ਗਿਆਨ ਜਿਹਦੇ ਕੋਲ ਨਹੀਂ ਹੈ ਉਹ ਅਸਲ ਧਰਮੀ ਹੋ ਨਹੀਂ ਸਕਦਾ ਜੀ। ਤੇ ਗਿਆਨ ਕਿਸੇ ਨੂੰ ਹਰਾਉਣ ਵਾਸਤੇ ਨਹੀਂ ਹੁੰਦਾ ਹੈ, ਮਨ ਨੂੰ ਤਿਆਰ ਕਰਨ ਵਾਸਤੇ, ਸਮਝਾਉਣ ਵਾਸਤੇ ਹੁੰਦਾ ਹੈ। ਕਬੀਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਸਾਨੂੰ ਕਹਿ ਰਹੀ ਹੈ, ਕਬੀਰ ਮਨ ਸਮਝਾਉਣ ਕਾਰਨੇ ਕਛੂਟ ਪੜੀਏ ਗਿਆਨ ਜੀ। ਹੁਣ ਧਰਮ ਦੀ ਪਰਿਭਾਸ਼ਾ ਲੋਕਾਂ ਦੇ ਹਿਸਾਬ ਨਾਲ ਜਿਹੜੀ ਵੱਖਰੀ ਹੈ ਜੀ, ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਧਰਮ ਦੀ ਪਰਿਭਾਸ਼ਾ ਜਿਹੜੀ ਹੈ ਉਹ ਪ੍ਰਮਾਤਮਾ ਦੇ ਹੁਕਮ ਦੀ ਹੈ। ਹਾਂਜੀ, ਤੇ ਵਿਵੇਕੀ ਮਨੁੱਖ ਹੀ ਆਪਣੇ ਹਰ ਇੱਕ ਸਥਾਨ ਨੂੰ ਧਰਮੀ ਬਣਾ ਸਕਦਾ ਹੈ ਜੀ, ਤੇ ਧਰਮ ਦੀ ਖੁਸ਼ਬੂ ਵਿੱਚ ਲਿਆ ਸਕਦਾ ਹੈ। ਤੋ ਇਹ ਗੁਰੂ ਗ੍ਰੰਥ ਸਾਹਿਬ ਦੀ ਪਰਿਭਾਸ਼ਾ ਵਿੱਚ ਸਰਬ ਸਾਂਝੀ ਵਾਲਤਾ ਦੀ ਗੱਲ ਜੀ। ਇਸ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਗੋਰੇ ਜਾਂ ਕਾਲੇ ਦਾ ਫਰਕ ਨਹੀਂ ਹੈ, ਕਿਸੇ ਜਾਤ ਪਾਤ ਦਾ ਫਰਕ ਨਹੀਂ ਹੈ। ਹਾਂਜੀ, ਇਸੇ ਕਰਕੇ ਪੰਚਮ ਪਾਤਸ਼ਾਹ ਦੀ ਬਾਣੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਜੀ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਜਦ ਸਾਰਿਆਂ ਦਾ ਸਾਂਝਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੈ ਜੀ, ਤੇ ਜਾਤ ਪਾਤ ਦਾ ਵਿਤਕਰਾ ਖਤਮ ਹੋ ਜਾਂਦਾ ਹੈ। ਔਰ ਵਿਤਕਰਾ ਤਦ ਖਤਮ ਹੁੰਦਾ ਹੈ ਜਦ ਜਿਸ ਨੂੰ ਅਖੌਤੀ ਨੀਵੀਂ ਜਾਤ ਕਹਿੰਦੇ ਆ, ਉਹ ਵੀ ਆਪਣੇ ਅੰਦਰ ਦੇ ਉਸ ਪੁਰਾਣੀਆਂ ਵਿਚਾਰਾਂ ਨੂੰ ਕੱਢ ਕੇ ਬਾਹਰ ਸੁੱਟ ਦੇਣ, ਤੇ ਜਿਹੜੇ ਉੱਚੀਆਂ ਜਾਤਾਂ ਵਾਲੇ ਨੇ ਉਹ ਵੀ ਆਪਣੇ ਅੰਦਰ ਦੀ ਨਫ਼ਰਤ ਔਰ ਘਿਰਨਾ ਨੂੰ ਦੂਜਿਆਂ ਦੇ ਪ੍ਰਤੀ ਸਮਾਪਤ ਕਰ ਦੇਣ, ਤਦ ਹੀ ਇਹ ਚੀਜ਼ਾਂ ਸਫਲ ਹੋ ਸਕਦੀਆਂ ਜੀ। ਜੀ 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 ਬਿਲਕੁਲ ਬਿਲਕੁਲ, ਤੁਸੀਂ ਇਹ ਚੀਜ਼ ਬੜੀ ਵਧੀਆ ਕੀਤੀ ਹੈ, ਕਹੀ ਹੈ, ਕਿਉਂਕਿ ਅਸਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਂਝੀ ਵਾਲਤਾ ਦੀ ਗੱਲ ਕਰਦੇ ਹੈ, ਜਾਤ ਅਭਿਮਾਨ ਤੋਂ ਉੱਪਰ ਉੱਠਣ ਦੀ ਗੱਲ ਕਰਦੇ ਹੈ, ਪਰ ਅੱਜ ਅਸੀਂ ਉਸੇ ਹੀ ਜਾਤ ਅਭਿਮਾਨ ਦੇ ਵਿੱਚ ਫਸੇ ਹੋਏ ਹਾਂ। ਅੱਜ ਸਾਡੇ ਕੋਲ ਇਹ ਚੀਜ਼ ਹੈ ਕਿ ਮੈਂ ਚੰਗਾ, ਮੇਰਾ ਪੰਥ ਚੰਗਾ, ਦੂਸਰੇ ਸਭ ਪੰਥ ਬੁਰੇ, ਜਦ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਕਰ ਸਮਝੀਏ ਤਾਂ ਪਤਾ ਚੱਲਦਾ ਹੈ ਕਿ ਉਸ ਜਗ੍ਹਾ ਤੇ ਦੇਖੋ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਂਝੀ ਵਾਲਤਾ ਦਾ ਸਤਿਗੁਰਾਂ ਨੇ ਸੰਦੇਸ਼ ਦਿੱਤਾ। ਵੱਖ-ਵੱਖ ਜਾਤਾਂ ਧਰਮਾਂ ਦੇ ਜਿਹੜੇ ਆ ਉਹ ਸੰਤਾਂ ਪੈਗੰਬਰਾਂ ਦੀ ਬਾਣੀ ਬਿਨਾਂ ਕਿਸੇ ਭੇਦਭਾਵ ਦੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਕੀਤੀ, ਔਰ ਉਹ ਬਾਣੀ ਦਰਜ ਕਰਕੇ ਸਾਨੂੰ ਇਹ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਪੈਗੰਬਰ ਹਨ,
ਔਰ ਇਹ ਸਰਬ ਸਾਂਝੇ ਪੈਗੰਬਰ ਹੈ ਜਿਹੜੇ ਸਮੁੱਚੀ ਮਾਨਵਤਾ ਦੇ, ਉਹਨਾਂ ਨੇ ਸਾਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਹੈ। ਤੇ ਇਹਨਾਂ ਵਿਸ਼ਿਆਂ ਤੇ ਸਾਡੀ ਵਿਚਾਰ ਚਰਚਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ ਜੀ। ਉਸ ਤੋਂ ਪਹਿਲਾਂ ਲੈ ਰਹੇ ਹਾਂ ਇੱਕ ਛੋਟਾ ਜਿਹਾ ਬ੍ਰੇਕ, ਫਿਰ ਬਹੁਤ ਜਲਦੀ ਲੌਟ ਕੇ ਵਾਪਸ ਆਉਣੇ ਆ ਰੇਡੀਓ ਖੁਸ਼ੀ 90.4 FM ਤੇ ਕਰਾਂਗੇ ਖੂਬ ਸਾਰੀਆਂ ਗੱਲਾਂ। ਤੇ ਜਿਹੜੇ ਦੋਸਤ ਇਸ ਪ੍ਰੋਗਰਾਮ ਦੇ ਵਿੱਚ ਥਰੂ ਦੀ ਕਮੈਂਟਸ, ਥਰੂ ਦੀ ਕਾਲਸ ਆਪਣੀ ਗੱਲ ਕਰਨਾ ਚਾਹੁੰਦੇ ਆ, ਉਹਨਾਂ ਲਈ ਵੀ ਸਾਡੀ ਲਾਈਨ ਖੁੱਲ੍ਹੀ ਹੋਈ ਹੈ ਜੀ। ਉਹ ਸਾਨੂੰ ਕਾਲ ਵੀ ਕਰ ਸਕਦੇ ਆ ਔਰ ਆਪਣਾ ਜਿਹੜਾ ਕਮੈਂਟ ਮੈਸੇਜ ਹੈ ਉਹ ਵੀ ਭੇਜ ਸਕਦੇ ਆ। ਅਸੀਂ ਉਹਨਾਂ ਦੇ ਕਮੈਂਟ ਮੈਸੇਜ ਤੇ ਕਾਲਸ ਵੀ ਇਸ ਪ੍ਰੋਗਰਾਮ ਦੇ ਵਿੱਚ ਅੱਜ ਲਵਾਂਗੇ ਤੇ ਉਹ ਇਸ ਵਿਸ਼ੇ ਤੇ ਹੋਰ ਵਿਚਾਰਾਂ ਦੀ ਸਾਂਝ ਨਿਰੰਤਰ ਜਾਰੀ ਰਹੇਗੀ ਇੱਕ ਛੋਟੇ ਜਿਹੇ ਬ੍ਰੇਕ ਤੋਂ